ਖਾਸ ਖਬਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ। ਦੋਸਤੋ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਵਿਵਾਦ ਪਿਛਲੇ ਸਾਲ ਤੋਂ ਲਗਾਤਾਰ ਚੱਲਦਾ ਪਿਆ ਤੇ ਹੁਣ ਇਹ ਫਿਕਰ ਲੱਗਿਆ ਪਿਆ ਕਿ ਸੱਚਮੁੱਚ ਹੀ ਹੁਣ ਪੰਜਾਬ ਦੀ ਪ੍ਰਧਾਨਗੀ ਖੁੱਸ ਜਾਵੇਗੀ। ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਤੇ ਦੂਸਰੇ ਪਾਸੇ 12ਵੀਂ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚੋਂ ਆਰਐਸਐਸ ਦੇ ਬਾਰੇ ਵਿੱਚ ਤੇ ਖਾਸ ਤੌਰ ਤੇ ਮਹਾਤਮਾ ਗਾਂਧੀ ਦੇ ਬਾਰੇ ਵਿੱਚ ਕੁਝ ਚੈਪਟਰ ਹਟਾ ਦਿੱਤੇ ਗਿਆ। ਇਸੇ ਨੂੰ ਲੈ ਕੇ ਦੇਸ਼ ਵਿੱਚ ਰੌਲਾ ਪਿਆ ਹੋਇਆ। ਵੱਖ-ਵੱਖ ਧਿਰਾਂ ਕੇਂਦਰ ਸਰਕਾਰ ਨੂੰ, ਭਾਜਪਾ ਨੂੰ ਘੇਰੀ ਬੈਠੀਆਂ। ਇਹਦੇ ਤੇ ਗੱਲ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜੀ ਹਾਂ, ਇਹ ਉਹ ਬੋਰਡ ਆ ਜਿਸ ਦੇ ਵਿੱਚ ਕਦੇ ਪੰਜਾਬ ਦੀ ਵੀ ਸਰਦਾਰੀ ਹੁੰਦੀ ਸੀ। ਮੈਂ ਕਦੇ ਇਸ ਕਰਕੇ ਬੋਲ ਰਿਹਾ ਕਿਉਂਕਿ ਪਿਛਲੇ ਵਰੇ ਜਿਹੜੀ ਆ ਪੰਜਾਬ ਦੀ ਸਰਦਾਰੀ ਜਿਹੜੀ ਆ ਉਹ ਖੋਹ ਲਈ ਗਈ ਆ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਹੱਕਾਂ ਦੇ ਉੱਤੇ ਕੇਂਦਰ ਨੇ ਡਾਕਾ ਮਾਰਿਆ ਹੋਇਆ ਆ। ਇਹ 'ਚ ਕੋਈ ਸ਼ੱਕ ਨਹੀਂ ਗਾ ਔਰ ਕਹਿਣ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਗਾ, ਕਿਉਂਕਿ ਪੰਜਾਬ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਆ ਤੇ ਫਿਰ ਦਲੀਲਾਂ ਇਹੋ ਜਿਹੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਆ ਜਿਨ੍ਹਾਂ ਵਿੱਚ ਦਮ ਨਹੀਂ ਹੁੰਦਾ, ਯਾਨੀ ਕਿ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਆ। ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਸਮੁੱਚੇ ਪ੍ਰਬੰਧਨ ਤੋਂ ਬਾਅਦ ਹੁਣ ਪੰਜਾਬ ਦਾ ਪੱਕੇ ਤੌਰ ਤੇ ਆਊਟ ਹੋਣਾ ਤੈਅ ਜਾਪਦਾ ਆ। ਹੁਣ ਜੋ ਛਿੜਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਇਹ ਮੁੱਦਾ, ਸਿਆਸੀ ਰੌਲੇ ਰੱਪੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਚੇਅਰਮੈਨੀ ਲਈ ਤੈਅ ਯੋਗਤਾ ਤੇ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਨਵਾਂ ਚੇਅਰਮੈਨ ਲਾਉਣ ਲਈ ਜਿਹੜੀ ਆ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ ਤੇ ਚਾਹਵਾਨਾਂ ਨੇ 21 ਮਾਰਚ ਤੱਕ ਆਪਣੇ ਵੇਰਵੇ ਜੋ ਨੇ ਉਹ ਭੇਜ ਦਿੱਤੇ ਨੇ। ਹੁਣ ਇੱਥੇ ਗੱਲ ਕਰਦੇ ਹਾਂ ਕਿ BBMB 'ਚ ਪਹਿਲਾ ਪੰਜਾਬ ਮੈਂਬਰ ਪਾਵਰ ਵਜੋਂ ਪੱਕਾ ਮੈਂਬਰ ਹੁੰਦਾ ਸੀਗਾ। ਇਹ ਇਤਿਹਾਸਕ ਤੱਥ ਵੀ ਨਾਲ ਮੈਂ ਦੱਸਦਾ ਜਾਊਂਗਾ ਕਿ ਪਹਿਲਾਂ ਪੰਜਾਬ ਜਿਹੜਾ ਹੈ ਉਹ ਪੱਕਾ ਮੈਂਬਰ ਹੁੰਦਾ ਸੀ ਅਤੇ ਮੈਂਬਰ ਸਿੰਚਾਈ ਵਜੋਂ ਹਰਿਆਣਾ ਦੀ ਸਥਾਈ ਪ੍ਰਤੀਨਿਧਤਾ ਹੁੰਦੀ ਸੀਗੀ। ਇਹਨਾਂ ਦੋਵਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਇਹ ਦੋਵੇਂ ਅਹੁਦੇ ਇਸ ਵੇਲੇ ਖਾਲੀ ਆ। BBMB ਦੇ ਮੌਜੂਦਾ ਚੇਅਰਮੈਨ ਦਾ ਕਾਰਜਕਾਲ 1 ਜੁਲਾਈ ਨੂੰ ਖਤਮ ਹੋ ਰਿਹਾ। ਅਗਲੇ ਚੇਅਰਮੈਨ ਦੀ ਨਿਯੁਕਤੀ ਲਈ ਕੇਂਦਰੀ ਬਿਜਲੀ ਮੰਤਰਾਲੇ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਆ ਤੇ ਚੇਅਰਮੈਨੀ ਲਈ ਚਾਹਵਾਨਾਂ ਤੋਂ 21 ਫਰਵਰੀ ਨੂੰ ਦਰਖਾਸਤਾਂ ਮੰਗੀਆਂ ਗਈਆਂ ਸਨ। ਚੇਅਰਮੈਨ ਦੀ ਨਿਯੁਕਤੀ ਲਈ ਯੋਗਤਾ ਦਾ ਜਿਹੜਾ ਪੈਮਾਨਾ ਰੱਖਿਆ ਗਿਆ ਉਸ ਤੋਂ ਜਾਪਦਾ ਹੈ ਕਿ ਪੰਜਾਬ ਦੇ ਹੱਥੋਂ ਚੇਅਰਮੈਨੀ ਵੀ ਨਿਕਲਣੀ ਤੈਅ ਆ। ਚੇਅਰਮੈਨ ਦੀ ਨਿਯੁਕਤੀ ਲਈ ਨਿਰਧਾਰਿਤ ਯੋਗਤਾ ਕਿਸੇ ਪੱਖੋਂ ਪੰਜਾਬ ਦੇ ਅਨੁਕੂਲ ਨਹੀਂ ਹੈ। ਪਿਛਲੇ ਸਮੇਂ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਉੱਤੇ ਇਸ ਮਾਮਲੇ ਨੂੰ ਲੈ ਕੇ ਦਬਾਅ ਪਾਇਆ ਸੀ, ਪਰ ਕੇਂਦਰ ਸਰਕਾਰ ਵੱਲੋਂ ਚੇਅਰਮੈਨ ਦੀ ਨਿਯੁਕਤੀ ਲਈ ਸ਼ਰਤਾਂ ਵਿੱਚ ਕੋਈ ਬਦਲਾਅ ਨਾ ਕੀਤੇ ਜਾਣ ਤੋਂ ਸਾਫ਼ ਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਨਵਾਂ ਮੁਖੀ ਪੰਜਾਬ ਤੋਂ ਬਾਹਰ ਦਾ ਵੀ ਹੋਊਗਾ। ਮੈਂ ਇੱਥੇ ਦੋਸਤੋ ਤੁਹਾਡੇ ਨਾਲ ਇੱਕ ਪਿਛਲੇ ਸਾਲ ਦੀ ਖਬਰ ਦੇ ਹਵਾਲੇ ਦੇ ਨਾਲ ਗੱਲ ਕਰਨੀ ਚਾਹੂੰਗਾ। ਉਹਦੇ ਵਿੱਚ ਜੋ ਸਥਿਤੀਆਂ ਸੀ ਉਸ ਵੇਲੇ ਬਣੀਆਂ ਵੀ ਕਿੱਦਾਂ ਪੰਜਾਬ ਨੂੰ ਜਿਹੜਾ ਆ ਉਹ ਦਰਕਨਾਰ ਕੀਤਾ ਗਿਆ। ਵੈਸੇ ਤਾਂ ਪੰਜਾਬ ਦੇ ਨਾਲ ਧੱਕੇਸ਼ਾਹੀ ਇਹੀ ਹੈ ਕਿ ਪੰਜਾਬ ਦੇ ਬਿਜਲੀ ਦੇ ਉੱਤੇ ਕੇਂਦਰ ਦਾ ਹੱਕ, ਪੰਜਾਬ ਦੇ ਪਾਣੀਆਂ ਉੱਤੇ ਕੇਂਦਰ ਦਾ ਹੱਕ। ਹੁਣ ਪੰਜਾਬ ਦੇ ਕੋਲੇ ਨਾ ਆਪਦੀ ਰਾਜਧਾਨੀ ਆ, ਨਾ ਪੰਜਾਬ ਦੇ ਕੋਲੇ ਵਿਧਾਨ ਸਭਾ ਆ, ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਆ। ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਜਦੋਂ ਅਕਾਲੀ ਕਦੇ ਗੱਲ ਕਰਦੇ ਸੀਗੇ ਉਹ ਤਾਂ ਹੁਣ ਜਿਵੇਂ ਅੱਖਾਂ ਹੀ ਮੀਚ ਗਏ ਆ, ਉਹਨਾਂ ਨੇ ਤਾਂ ਉਸ ਪੱਖ ਦੇ ਵਿੱਚ ਹੁਣ ਕੋਈ ਦਲੀਲ ਦੇਣੀ ਨਹੀਂ। ਅਕਾਲੀ ਦਲ ਬਾਰੇ ਇਸ ਦੇਸ਼ ਦੇ ਵਿੱਚ ਇੱਕ ਖਾਸ ਗੱਲ ਮਸ਼ਹੂਰ ਹੈ ਕਿ ਅਕਾਲੀ ਜਦੋਂ ਸੱਤਾ 'ਚ ਹੁੰਦੇ ਆ ਤੇ ਉਹ ਪੰਜਾਬ ਦੀਆਂ ਮੰਗਾਂ ਤੋਂ ਅੱਖਾਂ ਨੂਟ ਲੈਂਦੇ ਆ, ਅੱਖਾਂ ਬੰਦ ਕਰ ਲੈਂਦੇ ਆ, ਤੇ ਜਦੋਂ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਫਿਰ ਉਹਨਾਂ ਨੂੰ ਸਾਰੇ ਪੰਜਾਬ ਦੇ ਮੁੱਦੇ ਚੇਤੇ ਆ ਜਾਂਦੇ ਆ ਕਿ ਹੁਣ ਫਿਰ ਕਿਸ ਤਰੀਕੇ ਪੰਜਾਬ ਦੇ ਲੋਕਾਂ ਨੂੰ ਵਰਗਲਾਇਆ ਜਾਵੇ ਤੇ ਫਿਰ ਦੁਬਾਰਾ ਸੱਤਾ ਕਿਵੇਂ ਹਾਸਲ ਕੀਤੀ ਜਾਵੇ। ਪਰ ਉਹ ਕਹਿੰਦੇ ਆ ਸਿਆਣੇ ਕਿ ਕਾਠ ਕੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਤਾਂ ਅਕਾਲੀਆਂ ਨੇ ਇਹਦਾ ਦੇਖ ਲਿਆ ਕਿ 3 ਸੀਟਾਂ ਤੱਕ ਇਹਨਾਂ ਦੀ ਪਾਰਟੀ ਸਿਮਟ ਕੇ ਰਹਿ ਗਈ ਆ। ਕੀ ਇਹਨਾਂ ਦੇ ਹਾਲਾਤ ਬਣੇ ਆ? ਤਾਂ ਜੇ ਇਹ ਮੁੱਦੇ ਭਾਈਵਾਲੀ ਦੇ ਸਮੇਂ ਵੀ ਚੱਕੇ ਜਾਂਦੇ ਨਾ ਤੇ ਅੱਜ ਪੰਜਾਬ ਇਹਨਾਂ ਸਥਿਤੀਆਂ ਦੇ ਵਿੱਚ ਨਾ ਹੁੰਦਾ। ਪਰ ਇਹ ਆ ਰਾਜਸੀ ਭੁੱਖ, ਕੁਰਸੀ ਦੀ ਭੁੱਖ, ਇਸ ਚੀਜ਼ ਨੇ ਪੰਜਾਬ ਨੂੰ ਕਈ ਥਾਵਾਂ ਤੋਂ ਬਰਬਾਦੀ ਦੇ ਕੰਢੇ ਲਿਆ ਖੜਾ ਕੀਤਾ। ਹਾਲਾਂਕਿ ਜਿਹੜੀ ਪਾਰਟੀ ਕਹਿੰਦੀ ਆ ਜੀ ਅਸੀਂ ਤਾਂ ਕੌਮੀ ਪਾਰਟੀਆਂ, ਅਸੀਂ ਤਾਂ ਇੱਥੋਂ ਦੀ ਜਿਹੜੀ ਆ ਸੂਬਾਈ ਪਾਰਟੀਆਂ, ਤੇ ਸੂਬਾਈ ਪਾਰਟੀ ਦਾ ਜਿਹੜਾ ਆ ਉਹ ਰੋਲ ਤੁਸੀਂ ਦੇਖ ਹੀ ਲਿਆ ਆ ਕਿ 5 ਵਾਰੀ ਪ੍ਰਧਾਨ ਮੰਤਰੀ ਰਿਪੀਟ
ਸਥਾਈ ਪਾਰਟੀ ਦਾ ਰੋਲ ਤੁਸੀਂ ਦੇਖ ਹੀ ਰਿਹਾ ਕਿ 5 ਵਾਰੀ ਸਰਦਾਰ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਰਹੇ ਆ, ਭਾਈਵਾਲੀਆਂ ਵੀ ਰਹੀਆਂ ਭਾਜਪਾ ਦੇ ਨਾਲ, ਪਰ ਕੋਈ ਵੀ ਪੰਜਾਬ ਦਾ ਜਿਹੜਾ ਮੰਗ ਆ ਜਿਹੜੀ ਉਹ ਪੂਰੀ ਨਹੀਂ ਕਰਾ ਸਕੇ। ਨਾ ਚੰਡੀਗੜ੍ਹ ਦਵਾ ਸਕੇ ਆ, ਨਾ ਰਾਜਧਾਨੀ ਵਾਲਾ ਮੁੱਦਾ, ਨਾ ਵਿਧਾਨ ਸਭਾ ਦਾ ਮੁੱਦਾ, ਨਾ ਪਾਣੀਆਂ ਦਾ ਮੁੱਦਾ, ਕੀ ਕੁਛ ਕਹੀਏ। ਬੜੀਆਂ ਚੀਜ਼ਾਂ ਆ, ਕਿਹੜੇ ਕਿਹੜੇ ਰਾਜ ਜਿਹੜੇ ਆ ਉਹ ਪੱਟੀਏ ਕਿ ਇਹਨਾਂ ਅਕਾਲੀਆਂ ਨੇ ਕੀਤਾ ਕੀ ਹੈ, ਜਿਹੜੇ ਏਡੇ ਏਡੇ ਦਾਅਵੇ ਕਰਦੇ ਪਏ ਆ। 23 ਫਰਵਰੀ ਦੀ 2022 ਦੀ ਇੱਕ ਖਬਰ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੀਫ ਇੰਜੀਨੀਅਰ ਜੋ ਕਿ ਪੰਜਾਬ ਦਾ ਹੁੰਦਾ ਆ, ਕੇਂਦਰ ਨੇ ਇਸ ਅਹੁਦੇ ਨੂੰ ਸਮਾਪਤ ਕਰ ਦਿੱਤਾ ਸੀਗਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦੇ ਉੱਤੇ ਪਿਛਲੇ ਸਾਲ ਵੀ ਕਾਫੀ ਚਰਚਾ ਛਿੜੀ ਹੋਈ ਸੀ। 23 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੀਫ ਇੰਜੀਨੀਅਰ ਜੋ ਕਿ ਪੰਜਾਬ ਦਾ ਅਹੁਦਾ ਹੁੰਦਾ ਹੈ ਦੇ ਅਹੁਦੇ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਪੂਰਤੀ ਦਾ ਸਭ ਤੋਂ ਵੱਡਾ ਸਰੋਤ ਅਤੇ ਸੱਚਾਈ ਵਿੱਚ ਅਹਿਮ ਯੋਗਦਾਨ ਅਦਾ ਕਰਦਾ ਆ। BBMB ਵਿੱਚ 60% ਦੀ ਇਕੱਲੀ ਪੰਜਾਬ ਦੀ ਹਿੱਸੇਦਾਰੀ ਹੈ, ਜਦੋਂ ਕਿ 40% ਜਿਹੜੀ ਹੈ ਹਰਿਆਣੇ ਅਤੇ ਹਿਮਾਚਲ ਦੀ ਹਿੱਸੇਦਾਰੀ ਇਸ ਮੈਨੇਜਮੈਂਟ ਬੋਰਡ ਦੇ ਵਿੱਚ ਹੁੰਦੀ ਹੈ। 23 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੀਫ ਇੰਜੀਨੀਅਰ ਜੋ ਕਿ ਪੰਜਾਬ ਦਾ ਹੁੰਦਾ ਦੇ ਅਹੁਦੇ ਨੂੰ ਸਮਾਪਤ ਕਰਤਾ, ਯਾਨੀ ਕਿ ਇਹ ਪਿਛਲੇ 2022 ਦੀ ਮੈਂ ਖਬਰ ਦੇ ਹਵਾਲੇ ਨਾਲ ਤੁਹਾਨੂੰ ਮੈਂ ਦੱਸ ਰਿਹਾ ਵੀ ਕਿੱਥੋਂ ਇਹ ਸਾਰਾ ਮਾਮਲਾ ਛਿੜਿਆ ਸੀਗਾ। ਕੇਂਦਰ ਦੀ ਭਾਜਪਾ ਸਰਕਾਰ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਆਈ। ਕੇਂਦਰ ਦੀ ਇਸ ਕਾਰਵਾਈ ਨੂੰ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਸਿੱਧਾ ਦਖਲ ਮੰਨਿਆ ਗਿਆ। ਇੱਥੇ ਜਿਹੜੇ ਸਾਡੇ ਸੀਨੀਅਰ ਮੀਡੀਆ ਦੇ ਲੋਕ ਸੀ ਉਹਨਾਂ ਦਾ ਵੀ ਮੰਨਣਾ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਉਠਾਇਆ ਗਿਆ ਇਹ ਕਦਮ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾਵੇਗਾ। ਉਹਨਾਂ ਕਿਹਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਬਿਜਲੀ ਅਤੇ ਸਿੰਚਾਈ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਸੀ, ਕਿਉਂਕਿ ਦੇਸ਼ ਵਿੱਚ ਅਕਾਲ ਬਹੁਤ ਪੈ ਜਾਂਦੇ ਸਨ, ਅਨਾਜ ਦੀ ਬਹੁਤ ਲੋੜ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਨਹਿਰੀ ਸਿਸਟਮ ਨੂੰ ਠੀਕ ਕਰਕੇ ਸਿੰਚਾਈ ਅਤੇ ਬਿਜਲੀ ਦੇ ਸਾਧਨ ਪੈਦਾ ਕਰਨ ਦੇ ਆਦੇਸ਼ ਦਿੱਤੇ ਗਏ। ਇਹਨਾਂ ਲੋੜਾਂ ਦੀ ਪੂਰਤੀ ਲਈ ਭਾਖੜਾ ਨੰਗਲ ਯੋਜਨਾ ਬਣਾਈ ਗਈ ਸੀ। ਸਤਲੁਜ ਦਰਿਆ ਉੱਤੇ ਬੰਨ੍ਹ ਬਣਾ ਕੇ ਨਹਿਰਾਂ ਕੱਢੀਆਂ ਗਈਆਂ ਤਾਂ ਕਿ ਪੰਜਾਬ, ਹਰਿਆਣੇ ਨੂੰ, ਰਾਜਸਥਾਨ ਅਤੇ ਦਿੱਲੀ ਨੂੰ ਪਾਣੀ ਮੁਹੱਈਆ ਕਰਵਾ ਕੇ ਅੰਨ ਪੈਦਾ ਕੀਤਾ ਜਾ ਸਕੇ, ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਜਾ ਸਕੇ। ਕੋਈ ਸ਼ੱਕ ਨਹੀਂ, ਭਾਖੜਾ ਵਿੱਚ 3 ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ ਦੀ ਹਿੱਸੇਦਾਰੀ ਹੈ। 1908 ਵਿੱਚ ਅੰਗਰੇਜ਼ਾਂ ਨੇ ਇੱਕ ਡੈਮ ਨੂੰ ਬਣਾਉਣ ਬਾਰੇ ਸੋਚਿਆ ਸੀ, ਪਰ ਅੰਗਰੇਜ਼ਾਂ ਦੇ ਇਸ ਸੁਪਨੇ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੂਰਾ ਕੀਤਾ। ਜਦੋਂ ਇਹ ਉਸਾਰੀ ਅਧੀਨ ਸੀ ਤਾਂ ਇੱਥੇ 13 ਵਾਰ ਉਹਨਾਂ ਨੇ ਵਿਜ਼ਿਟ ਕੀਤਾ। ਇਸ ਡੈਮ ਨੂੰ ਚਲਾਉਣ ਵਾਸਤੇ ਭਾਖੜਾ ਮੈਨੇਜਮੈਂਟ ਬੋਰਡ ਬਣਿਆ ਸੀ। 1 ਨਵੰਬਰ 1966 ਨੂੰ ਇੱਥੇ ਪੰਜਾਬ ਅਧੀਨ ਅੰਡਰ ਸੈਕਸ਼ਨ 79 ਅਧੀਨ ਐਕਟ 1966 ਉਸ ਦੇ ਹੇਠਾਂ ਭਾਖੜਾ ਮੈਨੇਜਮੈਂਟ ਬੋਰਡ ਨੂੰ ਇਸ ਡੈਮ ਨੂੰ ਚਲਾਉਣ ਦੇ ਅਧਿਕਾਰ ਦਿੱਤੇ ਗਏ ਸੀ। 15 ਮਈ 1976 ਨੂੰ ਇਸ ਨੂੰ ਨਵਾਂ ਨਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਿੱਤਾ ਗਿਆ ਤੇ ਹੁਣ ਤੱਕ ਇਹ ਇਸੇ ਨਾਂ ਦੇ ਨਾਲ ਹੀ ਚੱਲ ਰਿਹਾ ਹੈ। ਹੁਣ ਇਸ ਵਿੱਚ ਹਿੱਸੇਦਾਰੀ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਦਿੱਲੀ ਅਤੇ ਹਿਮਾਚਲ ਦੀ ਹੋ ਗਈ ਆ। ਇਸ ਬੋਰਡ ਵਿੱਚ ਪੰਜਾਬ ਦਾ ਮੈਂਬਰ ਪਾਵਰ 'ਚ ਹੁੰਦਾ ਸੀ। ਪੰਜਾਬ ਵੱਲੋਂ ਇਸ ਦਾ ਨਾਮ ਕੇਂਦਰ ਸਰਕਾਰ ਨੂੰ ਭੇਜਿਆ ਜਾਂਦਾ ਸੀਗਾ ਅਤੇ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਹੀ ਹਰਿਆਣਾ ਸਰਕਾਰ ਵੱਲੋਂ ਸਿੰਚਾਈ ਨਾਲ ਸੰਬੰਧਿਤ ਮੈਂਬਰ ਹੁੰਦਾ ਸੀ, ਜਿਸ ਸੰਬੰਧੀ ਫੈਸਲਾ ਹਰਿਆਣਾ ਸਰਕਾਰ ਵੱਲੋਂ ਕਰਕੇ ਕੇਂਦਰ ਨੂੰ ਭੇਜਿਆ ਜਾਂਦਾ ਸੀ। ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਦੋਵੇਂ ਬੋਰਡ ਦੇ ਮੈਂਬਰਾਂ ਨੂੰ ਅਹੁਦਾ ਮੁਕਤ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਦੋਹਾਂ ਦੀ ਹੀ ਲੋੜ ਨਹੀਂ ਹੈ, ਜਿਸ ਨਾਲ ਪੰਜਾਬ ਰਾਜ ਦੇ ਅਧਿਕਾਰਾਂ ਵਿੱਚ ਸਿੱਧਾ ਦਖਲ ਦਿੱਤਾ ਗਿਆ। ਹੁਣ ਕੇਂਦਰ ਸਰਕਾਰ ਨੇ ਇਹ ਧੱਕੇਸ਼ਾਹੀ ਕਰਕੇ ਜਿਹੜਾ ਸੰਘੀ ਢਾਂਚਾ ਆ ਉਹਦੇ ਉੱਤੇ ਸਿੱਧਾ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਸ਼ਾਇਦ ਸਿਆਸੀ ਲੋਕਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਸਿੰਚਾਈ ਮੰਤਰੀ ਸਰ ਛੋਟੂ ਰਾਮ ਨੇ 1943 ਵਿੱਚ ਭਾਖੜਾ ਡੈਮ ਸੰਬੰਧੀ ਬਿਲਾਸਪੁਰ ਦੇ ਰਾਜਾ ਨਾਲ ਇੱਕ ਕਰਾਰਨਾਮਾ ਦਸਤਖਤ ਕੀਤਾ ਸੀ। 8 ਜਨਵਰੀ 1945 ਨੂੰ ਇਹ ਇਕਰਾਰਨਾਮਾ ਜੋ ਸੀ ਇਹ ਕੰਪਲੀਟ ਹੋਇਆ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਭਾਖੜਾ ਡੈਮ ਪੰਜਾਬ ਦਾ ਹੀ ਬਣਿਆ ਹੋਇਆ ਸੀ। ਪਰ 1966 ਵਿੱਚ ਜਦੋਂ ਪੰਜਾਬ ਵਿੱਚੋਂ ਹਰਿਆਣਾ ਤੇ ਹੋਰ ਸੂਬੇ ਨਿਕਲ ਗਏ ਤਾਂ ਉਹਨਾਂ ਦੀ ਹਿੱਸੇਦਾਰੀ ਵੀ ਇਸ ਡੈਮ ਦੇ ਵਿੱਚ ਬਣ ਗਈ। ਇਸ ਜਗ੍ਹਾ ਉੱਪਰ ਡੈਮ ਬਣਿਆ ਹੋਇਆ, ਉਸ ਦਾ ਨਾਂ ਵੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ। ਉਹਨੂੰ ਗੋਬਿੰਦ ਸਾਗਰ ਕਿਹਾ ਗਿਆ ਸੀਗਾ। ਸਿੱਖ ਗੁਰੂ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਸੀ ਇਹ ਨਾਮ, ਕਿਉਂਕਿ ਪੰਜਾਬ ਨਾਲ ਸੰਬੰਧਿਤ ਸੀ, ਇਸ ਲਈ ਇਹ ਨਾਮ ਰੱਖਿਆ ਗਿਆ ਸੀਗਾ। ਤੇ ਜਦੋਂ ਇਸ ਡੈਮ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਉਸ ਉੱਪਰ 3 ਭਾਸ਼ਾਵਾਂ ਵਿੱਚ ਲਿਖਿਆ ਗਿਆ ਸੀਗਾ, ਜਿਸ ਵਿੱਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਨਾਲ ਸੰਬੰਧਿਤ ਡੈਮ ਹੈ। ਡੈਮ ਦੇ 50 ਸਾਲ ਪੂਰੇ ਹੋਣ ਤੇ ਇੱਕ ਕਿਤਾਬ ਰਿਲੀਜ਼ ਕੀਤੀ ਗਈ। ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਆ ਕਿ ਭਾਖੜਾ ਅਤੇ ਨੰਗਲ 2 ਪੰਜਾਬ ਦੇ ਪਿੰਡ ਸੀਗੇ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਪੰਜਾਬ ਦਾ ਡੈਮ ਸੀ। ਭਾਵੇਂ ਕੇਂਦਰ ਸਰਕਾਰ ਨੇ ਇਸ ਉੱਤੇ ਆਪਣਾ ਕੰਟਰੋਲ ਕਰ ਲਿਆ ਆ, ਪਰ ਹੁਣ ਪੰਜਾਬ ਨੇ ਮੈਂਬਰ ਨੂੰ ਬੋਰਡ ਵਿੱਚੋਂ ਕੱਢਣਾ ਕੇਂਦਰ ਸਰਕਾਰ ਲਈ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਤਰੀਕੇ ਨਾਲ ਕੇਂਦਰ ਨੇ ਪੰਜਾਬ ਦੇ ਨਾਲ ਧਰੋਹ ਕਮਾਇਆ ਅਤੇ ਕੇਂਦਰ ਨੇ ਪੰਜਾਬ ਦੇ ਡੈਥ ਵਾਰੰਟ ਦੇ ਉੱਤੇ ਸਾਈਨ ਕੀਤੇ ਆ। ਜੇਕਰ ਸਿਆਸੀ ਪਾਰਟੀਆਂ ਕੇਂਦਰ ਸਰਕਾਰ ਦੇ ਇਸ ਕਦਮ ਖਿਲਾਫ ਇਕਜੁੱਟ ਹੋ ਕੇ ਨਾ ਲੜੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਇਸ ਦੇ ਸਿੱਟੇ ਖਤਰਨਾਕ ਹੋਣਗੇ, ਕਿਉਂਕਿ ਹੌਲੀ-ਹੌਲੀ ਪੰਜਾਬ ਦੇ ਨਾਲ ਇੰਨੀ ਧੱਕੇਸ਼ਾਹੀ ਜਿਹੜੀ ਆ ਉਹ ਲਗਾਤਾਰ ਕਾਂਗਰਸ ਰਾਜਕਾਲ ਵੇਲੇ ਤੋਂ ਹੀ ਚੱਲਦੀ ਆ ਰਹੀ ਹੈ। ਤਾਂ ਪੰਜਾਬ ਨੂੰ ਤਾਂ ਪਹਿਲਾਂ ਹੀ ਮੰਗ ਕਰਦਿਆਂ ਸੂਬੇ ਤੋਂ ਸੂਬੀ ਬਣਾ ਦਿੱਤਾ ਆ, ਲੰਡਾ ਕਰ ਦਿੱਤਾ ਆ, 2 ਇਹਦੇ ਜਿਹੜੇ ਸੀਗੇ ਹੋਰ ਟੋਟੇ ਕਰ ਦਿੱਤੇ, ਹਰਿਆਣਾ ਕੱਢਤਾ, ਹਿਮਾਚਲ ਕੱਢਤਾ। ਫਿਰ ਤੁਸੀਂ ਦੇਖੀ ਚੱਲੋ ਕਿ ਪਾਣੀਆਂ ਉੱਤੇ ਹੀ ਆਪਣਾ ਹੱਕ ਜਿਹੜਾ ਸੀਗਾ ਉਹ ਰੱਖ ਲਿਆ। ਜਿਹੜਾ ਕੁਛ ਕਦੇ ਪੰਜਾਬ ਦਾ ਸੀਗਾ ਉਹ ਤੇ ਕੇਂਦਰ ਦੀ ਸਰਪ੍ਰਸਤੀ ਹੈ, ਜਦੋਂ ਕਿ ਬਾਕੀ ਸੂਬਿਆਂ ਦੇ ਵਿੱਚ ਇਹੋ ਜਿਹੀ ਕੋਈ ਦਖਲਅੰਦਾਜ਼ੀ ਨਹੀਂ ਵੀ ਜਿੱਥੇ ਕੇਂਦਰ ਆਪਦਾ ਜਿਹੜਾ ਆ ਉਹ ਦਾ ਰੱਖੀ ਬੈਠਾ ਹੋਵੇ। ਤਾਂ ਹੁਣ ਅੱਜ ਜੋ ਸਥਿਤੀ ਹੈ, ਹੁਣ ਜਿਹੜੇ ਵੇਰਵੇ ਆਏ ਆ ਸਾਹਮਣੇ, ਉਹਨਾਂ ਅਨੁਸਾਰ ਚੇਅਰਮੈਨ ਲੱਗਣ ਲਈ 25 ਸਾਲ ਦਾ ਤਜਰਬਾ ਤੇ ਇਸ ਵਿੱਚੋਂ 5 ਸਾਲ ਬਤੌਰ ਮੁਖੀ ਭਾਵ ਮੁੱਖ ਇੰਜੀਨੀਅਰ ਦਾ ਤਜਰਬਾ ਹੋਣਾ ਲਾਜ਼ਮੀ ਹੈ। ਬੇਸ਼ੱਕ ਪੰਜਾਬ ਵਿੱਚ ਮੁੱਖ ਇੰਜੀਨੀਅਰ ਤਾਂ ਹਨ, ਪਰ ਕਿਸੇ ਕੋਲੇ ਇੱਕੋ ਥਾਂ ਤੇ 5 ਸਾਲ ਬਤੌਰ ਮੁੱਖ ਇੰਜੀਨੀਅਰ ਅਤੇ ਤਜਰਬੇ ਵਜੋਂ ਹੋਵੇ, ਇਹ ਕਹਿ ਨਹੀਂ ਸਕਦੇ। ਇਸ ਦੀ ਬਹੁਤ ਘੱਟ ਜਿਹੜੀ ਹੈ ਉਹ ਸੰਭਾਵਨਾ ਆ। 200 ਮੈਗਾਵਾਟ ਜਾਂ ਇਸ ਤੋਂ ਵੱਧ ਸਮਰੱਥਾ ਤੇ ਹਾਈਡਰੋ ਪ੍ਰੋਜੈਕਟ ਦੀ ਉਸਾਰੀ ਜਾਂ ਆਪਰੇਸ਼ਨ ਮੇਨਟੇਨੈਂਸ ਦੇ 5 ਸਾਲ ਦੇ ਤਜਰਬੇ ਦੀ ਸ਼ਰਤ ਹੈ। ਸਿਵਾਏ ਰਣਜੀਤ ਸਾਗਰ ਡੈਮ ਤੋਂ ਹੋਰ ਕੋਈ ਡੈਮ ਇੰਨੀ ਸਮਰੱਥਾ ਦਾ ਨਹੀਂ ਹੈ। ਮਾਰ ਦੱਸਦੇ ਨੇ ਕਿ ਇਸੇ ਤਰ੍ਹਾਂ 500 ਸਰਕਟ ਕਿਲੋਮੀਟਰ ਟਰਾਂਸਮਿਸ਼ਨ ਲਾਈਨ ਵਿਛਾਏ ਜਾਣ ਦੇ 5 ਵਰ੍ਹਿਆਂ ਦੇ ਤਜਰਬੇ ਦੀ ਵੀ ਸ਼ਰਤ ਲਗਾਈ ਗਈ ਹੈ, ਜਦੋਂ ਕਿ ਪੰਜਾਬ ਵਿੱਚ ਇਹ ਸੰਭਵ ਨਹੀਂ ਹੈ। ਵੱਡੇ ਡੈਮਾਂ ਦੀ ਉਸਾਰੀ ਦੇ 5 ਸਾਲ ਦਾ ਤਜਰਬਾ ਹੋਣ ਦੀ ਸ਼ਰਤ ਵੀ ਸ਼ਾਮਲ ਹੈ। ਚੇਅਰਮੈਨ ਲੱਗਣ ਲਈ ਵੱਧ ਤੋਂ ਵੱਧ ਉਮਰ 58 ਸਾਲ ਹੋਣੀ ਚਾਹੀਦੀ ਹੈ ਤੇ ਇਹ ਸਾਰੀਆਂ ਸ਼ਰਤਾਂ ਪੰਜਾਬ ਦੇ ਮੁਤਾਬਕ ਨਹੀਂ ਹਨ। ਤੇ ਇਸ ਤੋਂ ਪਹਿਲਾਂ ਜੋ ਚੇਅਰਮੈਨ ਲੱਗੇ ਹੋਏ ਸਨ ਉਹ ਵੀ ਪੰਜਾਬ ਤੋਂ ਨਹੀਂ ਸਨ। ਤਾਂ ਕੇਂਦਰ ਸਰਕਾਰ ਨੇ ਇਸ ਤਰੀਕੇ ਪਹਿਲਾਂ ਹੀ BBMB ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਸੀ। BBMB ਨੇ 1 ਫਰਵਰੀ ਨੂੰ 3 ਹਾਈਡਲ ਪ੍ਰੋਜੈਕਟਾਂ ਤੇ ਕੇਂਦਰੀ ਬਲਾਂ ਦੇ 234 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੇਂਦਰੀ ਬਲਾਂ ਦੇ 824 ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਨਫਰੀ ਨੂੰ ਪ੍ਰਵਾਨਗੀ ਦਿੱਤੀ ਸੀ। ਇੱਥੇ ਜਿਹੜੀ ਸਾਡੀ ਸੁਰੱਖਿਆ ਇੰਤਜ਼ਾਮ ਸੀ ਨਾ ਪੰਜਾਬ ਦੇ ਸੁਰੱਖਿਆ ਕਰਮਚਾਰੀ ਉੱਥੇ ਲੱਗਦੇ ਸੀ, ਉਹਨਾਂ ਨੂੰ ਵੀ ਪਾਸੇ ਕਰਤਾ ਹੈ। ਪਹਿਲਾਂ ਇਹਨਾਂ ਪ੍ਰੋਜੈਕਟਾਂ ਦੀ ਸੁਰੱਖਿਆ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਕੋਲੇ ਹੁੰਦੀ ਸੀਗੀ। ਮੈਂਬਰਾਂ ਤੇ ਹੁਣ ਜਿਹੜੀਆਂ ਸ਼ਰਤਾਂ ਆ ਉਹ ਵੇਖੋ ਕਿੰਨੀਆਂ ਅਜੀਬ ਲਗਾਤੀਆਂ ਆ। ਕੇਂਦਰੀ ਬਿਜਲੀ ਮੰਤਰਾਲੇ ਨੇ BBMB ਚੋਂ ਪੰਜਾਬ ਦੀ 27 ਮਾਰਚ 2022 ਨੂੰ ਪੱਕੀ ਮੈਂਬਰੀ ਨੂੰ ਅਸਥਾਈ ਕਰਕੇ ਦੇਸ਼ 'ਚੋਂ ਨਵਾਂ ਮੈਂਬਰ ਪਾਵਰ ਲਾਉਣ ਦੀ ਅੰਦਰੋਂ ਤਿਆਰੀ ਆ ਵਿੱਢ ਲਈ ਹੈ, ਜਿਸ ਬਾਰੇ 23 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ਦਾ ਜੋ ਮੈਂਬਰ ਪਾਵਰ ਲੱਗਾ ਸੀ ਉਹ ਵੀ ਸੇਵਾ ਮੁਕਤ ਹੋ ਚੁੱਕਿਆ ਹੈ। ਇਸ ਤਰ੍ਹਾਂ ਹੀ ਹਰਿਆਣਾ ਸਰਕਾਰ ਨੇ BBMB ਚੋਂ ਆਪਣਾ ਮੈਂਬਰ ਸਿੰਚਾਈ ਗੁਲਾਬ ਸਿੰਘ ਨਰਵਾਲ 9 ਸਤੰਬਰ 2020 ਨੂੰ ਵਾਪਸ ਬੁਲਾ ਲਿਆ ਸੀ। ਇਸ ਪਿੱਛੋਂ ਹਰਿਆਣਾ ਨੇ 23 ਅਕਤੂਬਰ 2020 ਨੂੰ ਹਰਿਆਣਾ ਚੋਂ 3 ਮੈਂਬਰਾਂ ਦਾ ਪੈਨਲ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਸੀ। ਕੇਂਦਰੀ ਬਿਜਲੀ ਮੰਤਰਾਲੇ ਨੇ ਵੀ ਇਹ ਦੋਵੇਂ ਮੈਂਬਰ ਲਾਉਣ ਲਈ ਚੇਅਰਮੈਨੀ ਵਾਲੀਆਂ ਸ਼ਰਤਾਂ ਹੀ ਲਾਗੂ ਕੀਤੀਆਂ ਹੋਈਆਂ ਨੇ ਅਤੇ ਸਮੁੱਚੇ ਭਾਰਤ 'ਚੋਂ ਇਹ ਮੈਂਬਰ ਲਗਾਏ ਜਾਣ ਵਾਸਤੇ ਜਿਹੜਾ ਰਸਤਾ ਆ ਉਹ ਖੁੱਲ੍ਹ ਗਿਆ ਆ, ਯਾਨੀ ਕਿ ਰਾਹ ਮੋਕਲਾ ਕਰਤਾ ਆ। ਸ਼ਰਤਾਂ ਇਹੋ ਜਿਹੀਆਂ ਲਗਾ ਦਿੱਤੀਆਂ ਆ ਕਿ ਪੰਜਾਬ ਵਾਲਾ ਜਿਹੜਾ ਆ, ਕਿਉਂਕਿ ਕਈ ਸ਼ਰਤਾਂ ਇਹੋ ਜਿਹੀਆਂ ਮੋਟੀਆਂ ਇਹੋ ਜਿਹੀਆਂ
ਜਿਹੜੀਆਂ ਨੇ ਰੱਖ ਦਿੱਤੀਆਂ, ਜਿਹੜੀਆਂ ਅਸੰਭਵ ਆ ਔਰ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਇਸ ਕਰਕੇ ਬਈ ਦੇਸ਼ ਦੇ ਵਿੱਚੋਂ ਜਿੱਥੋਂ ਮਰਜ਼ੀ ਕੋਈ ਚੇਅਰਮੈਨ ਪੰਜਾਬ ਦੇ ਇਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਣ ਜਾਵੇ, ਉਹ ਲੱਗੂਗਾ ਹੀ ਲੱਗੂਗਾ, ਕਿਉਂਕਿ ਕੇਂਦਰ ਨੇ ਜਿਹੜੀ ਸਥਿਤੀ ਇਹੋ ਜਿਹੀ ਬਣਾ ਦਿੱਤੀ ਗਈ ਹੈ ਜਿਹੜੀ ਪੰਜਾਬ ਦੇ ਤਾਂ ਅਨੁਕੂਲ ਨਹੀਂ ਹੈਗੀ, ਪਰ ਬਾਕੀ ਜਿਹੜੇ ਆ ਕੇ ਕੋਈ ਚੇਅਰਮੈਨੀਆਂ ਇੱਥੋਂ ਦੀਆਂ ਸੰਭਾਲਣ ਤੇ ਉਹਨਾਂ ਦੇ ਅਨੁਕੂਲ ਬਣਾ ਦਿੱਤੀ ਆ। ਸੋ ਇੱਕ ਵੱਡੀ ਧੱਕੇਸ਼ਾਹੀ ਆ। ਪਰ ਹੁਣ ਇਹ ਵੀ ਦੇਖਣਾ ਪਊਗਾ ਕਿ ਆਖਰ ਇਸ ਧੱਕੇਸ਼ਾਹੀ ਦੇ ਉੱਤੇ ਜੇ ਪੰਜਾਬ ਦੇ ਜਿਹੜੇ ਲੀਡਰਸ਼ਿਪ ਹੈ, ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਹੁਣ ਵੀ ਬੋਲਦੀਆਂ ਨੇ ਕਿ ਹੁਣ ਵੀ ਪਹਿਲਾਂ ਦੀ ਤਰ੍ਹਾਂ ਜਿਹੜੇ ਆ ਪਿਛਲੇ ਸਾਲ ਤਰ੍ਹਾਂ ਜਿਸ ਤਰ੍ਹਾਂ ਮੁੱਦਾ ਉਠਾਉਣ ਦੇ ਵਿੱਚ ਕੋਸ਼ਿਸ਼ਾਂ 'ਚ ਲੱਗੀਆਂ ਹੋਈਆਂ ਸੀ, ਤੇ ਉਸ ਤੋਂ ਬਾਅਦ ਚੁੱਪ ਗੜੁੱਪ ਹੋ ਗਈਆਂ ਕਿ ਹੁਣ ਵੀ ਬੋਲਣਗੀਆਂ ਕਿ ਪੰਜਾਬ ਦੀ ਆਵਾਜ਼ ਨੂੰ ਫਿਰ ਇਸੇ ਤਰ੍ਹਾਂ ਹੀ ਦਬਾਇਆ ਜਾਊਗਾ ਜਾਂ ਫਿਰ ਇਸੇ ਤਰ੍ਹਾਂ ਹੀ ਜਿਹੜੀ ਕੇਂਦਰ ਦੀ ਧੱਕੇਸ਼ਾਹੀ ਪੰਜਾਬ ਨਾਲ ਚੱਲਦੀ ਰਹੂਗੀ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਦੋਸਤੋ, ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਤੋਂ ਬਾਅਦ ਜਿਹੜੇ ਆ ਦੋਵਾਂ ਮੁਲਕਾਂ ਦੇ ਇਤਿਹਾਸ ਲਿਖੇ ਗਏ। ਪਾਕਿਸਤਾਨ ਨੇ ਆਪਣੇ ਹਿਸਾਬ ਨਾਲ ਆਪਦਾ ਇਤਿਹਾਸ ਲਿਖਾ ਲਿਆ, ਸਾਡੇ ਵਾਲਿਆਂ ਨੇ ਆਪਦੇ ਹਿਸਾਬ ਨਾਲ ਆਪਦਾ ਇਤਿਹਾਸ ਲਿਖਾ ਲਿਆ। ਇਤਿਹਾਸ ਤਾਂ ਖੈਰ ਉਹ ਹੁੰਦਾ ਹੈ ਨਾ ਜਿਹੜਾ ਪੂਰੀ ਪੜਚੋਲ ਕਰਕੇ ਕੋਕ ਕੇ ਦਿਨ ਮਿਤੀ ਤਰੀਕ ਸਮਾਂ ਪਲ ਛਿਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸ਼ਾਮਲ ਕੀਤੀਆਂ ਜਾਣ। ਪਰ ਰਾਜੇ ਮਹਾਰਾਜਿਆਂ ਦੇ ਸਮੇਂ ਵੀ ਜਿਹੜੇ ਆ ਉਹ ਇਤਿਹਾਸਕਾਰ ਹੁੰਦੇ ਸੀ, ਇਤਿਹਾਸ ਲਿਖਦੇ ਹੁੰਦੇ ਸੀਗੇ। ਜਿਵੇਂ ਅਸੀਂ ਪ੍ਰਿਥਵੀ ਰਾਜ ਚੌਹਾਨ ਦੇ ਵੇਲੇ ਦੀ ਗੱਲ ਕਰ ਲਈਏ ਤੇ ਰਾਜਾ ਰਾਸੋ ਵਰਗੀਆਂ ਜਿਹੜੀਆਂ ਕਿਤਾਬਾਂ ਉਸ ਜ਼ਮਾਨੇ ਦੇ ਵਿੱਚ ਰਚੀਆਂ ਗਈਆਂ ਤੇ ਉਹਨਾਂ ਦੇ ਵਿੱਚ ਉਸ ਵੇਲੇ ਦਾ ਇਤਿਹਾਸ ਮਿਲਦਾ ਆ। ਇਸੇ ਤਰ੍ਹਾਂ ਮੁਗਲੀਆ ਤਾਰੀਖ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਵੀ ਮੁਅਰਖ ਰੱਖੇ ਹੁੰਦੇ ਸੀ। ਮੁਅਰਖ ਮਤਲਬ ਇਤਿਹਾਸ ਲਿਖਣ ਵਾਲਿਆਂ ਨੂੰ ਕਿਹਾ ਜਾਂਦਾ ਸੀਗਾ, ਤੇ ਉਹ ਜਿਹੜੇ ਮੁਅਰਖ ਸੀਗੇ ਉਹਨਾਂ ਕੋਲੋਂ ਬਾਦਸ਼ਾਹ ਇਤਿਹਾਸ ਲਿਖਾਉਂਦੇ ਰਹੇ ਆ। ਜਿਵੇਂ ਕਿ ਜ਼ਕਰੀਆ ਖਾਨ ਨੇ ਵੀ ਆਪਦਾ ਮੁਅਰਖ ਰੱਖਿਆ ਸੀਗਾ ਜਿਹੜਾ ਸਿੱਖਾਂ ਦੇ ਬਾਰੇ ਬਹੁਤ ਕੁਝ ਲਿਖ ਕੇ ਗਿਆ। ਇਸ ਤਰ੍ਹਾਂ ਅਸੀਂ ਕਾਜ਼ੀ ਨੂਰਦੀਨ ਦਾ ਨਾਂ ਲੈਂਦੇ ਹਾਂ ਸਿੱਖ ਇਤਿਹਾਸ ਦੇ ਵਿੱਚ, ਉਹ ਵੀ ਇਤਿਹਾਸਕਾਰ ਸੀਗਾ ਜਿਸ ਨੇ ਕਾਫੀ ਕੁਝ ਪੜਚੋਲ ਕਰਕੇ ਸਿੱਖਾਂ ਦੇ ਬਾਰੇ ਵਿੱਚ ਲਿਖਿਆ। ਇਸ ਤਰ੍ਹਾਂ ਅਸੀਂ ਬਾਦਸ਼ਾਹ ਅਕਬਰ ਦੇ ਰਾਜਕਾਲ ਦੇ ਵਿੱਚ ਵੀ ਦੇਖਦੇ ਹਾਂ ਵੀ ਕਿੰਨੇ ਇਤਿਹਾਸਕਾਰ ਹੋਏ ਨੇ, ਮੁਅਰਖ ਹੋਏ ਨੇ ਜਿਨ੍ਹਾਂ ਨੇ ਤਾਰੀਖਾਂ ਲਿਖੀਆਂ। ਇਸੇ ਤਰ੍ਹਾਂ ਅਸੀਂ ਤੁਜ਼ਕੇ ਜਹਾਂਗੀਰੀ ਦਾ ਜ਼ਿਕਰ ਕਰ ਲੈਂਦੇ ਹਾਂ, ਤੁਜ਼ਕੇ ਬਾਬਰੀ ਦਾ ਜ਼ਿਕਰ ਕਰ ਲੈਂਦੇ ਹਾਂ। ਇਹ ਉਹ ਕਿਤਾਬਾਂ ਨੇ ਜਿਨ੍ਹਾਂ ਵਿੱਚ ਇਤਿਹਾਸਕ ਹਵਾਲੇ ਜਿਹੜੇ ਸੀਗੇ ਉਹ ਦਿੱਤੇ ਗਏ ਸੀਗੇ। ਅੱਜ ਜੇ ਗੱਲ ਕੀਤੀ ਜਾਵੇ ਕਿ ਦੇਸ਼ ਆਜ਼ਾਦੀ ਤੋਂ ਬਾਅਦ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਵਿਲਨ ਕਿਹਾ, ਜਿਹੜੇ ਵਾਕਈ ਵਿਲਨ ਸੀਗੇ ਮੁਗਲ ਕਾਲ ਦੌਰਾਨ ਤੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਉਸ ਵੇਲੇ, ਅੱਜ ਉਹ ਪਾਕਿਸਤਾਨ ਦੀ ਪੱਖ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਕਿਤਾਬਾਂ ਵਿੱਚ ਉਹਨਾਂ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾਂਦਾ ਆ। ਉਹਨਾਂ ਦੇ ਨਾਂ ਦੇ ਉੱਤੇ ਬਿਲਡਿੰਗਾਂ ਇਮਾਰਤਾਂ ਦੇ ਨਾਂ ਰੱਖੇ ਗਏ ਆ। ਉਹਨਾਂ ਨੂੰ ਐਂ ਲੱਗਦਾ ਕਿ ਇੰਡੀਆ ਦੇ ਜਿਹੜੇ ਇਤਿਹਾਸਕਾਰ ਆ ਉਹ ਉਹਨਾਂ ਨੂੰ ਵਿਲਨ ਦੇ ਰੂਪ 'ਚ ਪੇਸ਼ ਕੀਤਾ ਤੇ ਅਸੀਂ ਉਹਨਾਂ ਨੂੰ ਹੀਰੋ ਵਜੋਂ ਪੇਸ਼ ਕਰੀਏ। ਦੂਸਰੇ ਪਾਸੇ ਹਕੂਮਤਾਂ ਜਦੋਂ ਆਉਂਦੀਆਂ, ਹਕੂਮਤਾਂ ਦੇ ਵਿੱਚ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਤੌਰ ਦੇ ਉੱਤੇ ਇਤਿਹਾਸ ਲਿਖਾਉਂਦੇ ਆ। ਗੱਲ ਜੇ ਹੁਣ ਦੀ ਹਕੂਮਤ ਦੀ ਕਰੀਏ ਤੇ ਇਹ ਹਕੂਮਤ ਜਦੋਂ ਤੱਕ ਆਈ ਆ, ਚਾਹੇ ਉਹ ਟੈਲੀਵਿਜ਼ਨ ਦਾ ਹੋਵੇ, ਚਾਹੇ ਉਹ ਫਿਲਮਾਂ ਦਾ ਜ਼ਰੀਆ ਹੋਵੇ, ਬਹੁਤ ਸਾਰੇ ਲੋਕਾਂ ਨੇ ਇਤਿਹਾਸਕ ਦਰਸਾਉਣ ਦੀ ਖਾਤਰ ਕਈ ਇਤਿਹਾਸ ਇਹੋ ਜਿਹੇ ਖੜੇ ਕਰ ਦਿੱਤੇ ਆ ਜਿਹੜੇ ਧੱਕੇ ਵਾਲੇ ਇਤਿਹਾਸ ਸੀਗੇ, ਜਿਨ੍ਹਾਂ ਦਾ ਵਿੱਚ ਕੋਈ ਵੀ ਕੱਢਣ ਪਾਉਣ ਨੂੰ ਕੋਈ ਤੱਤਸਾਰ, ਕੋਈ ਕਣੀ ਨਹੀਂ ਸੀਗੀ। ਕੁਝ ਇਤਿਹਾਸ ਇਹੋ ਜਿਹੇ ਸੀਗੇ ਜਿਹੜੇ ਸੱਚ ਪ੍ਰਦਾਨ ਕਰਦੇ ਸੀਗੇ, ਪਰ ਉਹ ਸੱਚ ਜਿਹੜਾ ਸੀਗਾ ਉਹਨੂੰ ਲੁਕਾਉਣ ਦੀ ਖਾਤਰ ਜਾਂ ਤਾਂ ਉਹਨੂੰ ਇਤਿਹਾਸ ਦੇ ਵਿੱਚੋਂ ਬਿਲਕੁਲ ਮਨਫੀ ਕਰ ਦਿੱਤਾ ਜਾਂਦਾ, ਕੱਢ ਦਿੱਤਾ ਜਾਂਦਾ ਆ ਤਾਂ ਕਿ ਸੱਚ ਜਿਹੜਾ ਆ ਉਹ ਦੱਬਿਆ ਜਾਵੇ। ਕਿਉਂਕਿ ਸੱਚ ਕਹਿੰਦੇ ਹੁੰਦੇ ਆ ਕੌੜਾ ਬਹੁਤ ਹੁੰਦਾ ਹੈ, ਸੱਚ ਨੂੰ ਹੋਰ ਕੋਈ ਡਰ ਨਹੀਂ ਹੁੰਦਾ, ਡਰ ਇੱਕੋ ਚੀਜ਼ ਦਾ ਹੁੰਦਾ ਕਿ ਸੱਚ ਜੇ ਲੁਕੋ ਲਿਆ ਜਾਵੇ। ਇਹੀ ਡਰ, ਇਹੀ ਤੌਖਲੇ ਜਿਹੜੇ ਆ ਉਹ ਕਈ ਵਾਰੀ ਬਹੁਤ ਵੱਡੇ ਪੱਧਰ ਦੇ ਉੱਤੇ ਉਦੋਂ ਸਾਹਮਣੇ ਆਉਂਦੇ ਆ ਜਦੋਂ ਕੁਝ ਲੋਕ ਸੱਚ ਪ੍ਰਮਾਣ ਨਹੀਂ ਕਰ ਸਕਦੇ। ਹੁਣ ਦੀ ਜਿਹੜੀ ਭਾਜਪਾ ਸਰਕਾਰ ਆ, ਜਦੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਆ, ਉਦੋਂ ਦਾ ਅਸੀਂ ਚਰਚਾ ਸੁਣਦੇ ਪਏ ਕਿ ਭਾਜਪਾ ਆਪਣੇ ਤੌਰ ਦੇ ਉੱਤੇ ਇਤਿਹਾਸ ਲਿਖਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਆ। ਕਈ ਕੁਛ ਜਿਵੇਂ ਅਸੀਂ ਗਲੀਆਂ ਮਹੱਲਿਆਂ ਸ਼ਹਿਰਾਂ ਦੇ ਨਾਂ ਦੇਖਦੇ ਹਾਂ ਕਿ ਉਹ ਬਦਲੇ ਜਾ ਰਹੇ ਆ ਤੇ ਭਾਜਪਾ ਵੱਲੋਂ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਤਬਦੀਲੀ ਕੀਤੀ ਜਾ ਰਹੀ ਹੈ। ਤੇ ਦੂਸਰੇ ਪਾਸੇ NCERT ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਪਾਠਕ੍ਰਮ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਅਤੇ ਪਾਠਕ੍ਰਮ ਨੂੰ ਪਿਛਲੇ ਸਾਲ ਜੂਨ ਦੇ ਵਿੱਚ ਤਰਕਸੰਗਤ ਬਣਾਇਆ ਗਿਆ ਸੀ। ਪਿਛਲੇ ਸਾਲ ਕੁਝ ਅੰਸ਼ਾਂ ਦੇ ਅਪ੍ਰਸੰਗਿਕ ਹੋਣ ਦੇ ਆਧਾਰ ਤੇ NCERT ਨੇ ਗੁਜਰਾਤ ਦੰਗੇ, ਮੁਗਲ ਦਰਬਾਰ, ਐਮਰਜੈਂਸੀ, ਸੀਤ ਜੰਗ, ਨਕਸਲ ਅੰਦੋਲਨ ਆਦਿ ਕੁਝ ਅੰਸ਼ਾਂ ਨੂੰ ਕਿਤਾਬ ਦੇ ਵਿੱਚੋਂ ਹਟਾ ਦਿੱਤਾ ਸੀਗਾ। ਮੈਂ ਇੱਥੇ ਗੱਲ ਕਰਨੀ ਚਾਹੁੰਦਾ ਹਾਂ ਕਿ RSS ਦਾ ਇੱਕ ਰਸਾਲਾ ਹਿੰਦੀ, ਪੰਜਾਬੀ, ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਨਿਕਲਦਾ, ਸ਼ਾਇਦ ਉਹਦਾ ਨਾਂ ਸੰਖ ਸੀਗਾ। ਇਸ ਤਰ੍ਹਾਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਸਵਦੇਸ਼ੀ ਮੰਚ, ਇਹਨਾਂ ਦੇ ਰਸਾਲੇ ਨਿਕਲਦੇ ਰਹੇ। ਉਹਦੇ ਵਿੱਚ ਨਾ ਬਹੁਤ ਵਾਰੀ ਅਸੀਂ ਜ਼ਿਕਰ ਪੜ੍ਹੇ ਆ। ਉਹਦੇ ਵਿੱਚ
ਇੱਥੋਂ ਤੱਕ ਹੁਣ ਜਿਹੜੀ ਗੱਲ ਆ, ਇੱਥੇ ਤਾਂ ਹੁਣ ਸੱਚ ਵਿਖਾਤਾ, ਨਥੂਰਾਮ ਗੌਡਸੇ ਵਾਲੀ ਗੱਲ ਆ ਗਈ। ਇੱਥੇ ਬਹੁਤ ਸਾਰੀਆਂ ਚੀਜ਼ਾਂ ਤੇ ਸੱਚ ਵਿਖਾਤਾ ਕਿ ਨਥੂਰਾਮ ਗੌਡਸੇ ਆ ਜਿਹੜਾ ਸੀ ਉਹ ਆਰਐਸਐਸ ਦਾ ਬੰਦਾ ਸੀ ਤੇ ਉਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ, ਹੈ ਨਾ। ਤਾਂ ਪਰ ਦੂਸਰੇ ਪਾਸੇ ਇਹ ਵੀ ਸੀਗਾ ਕਿ ਉਹਦੇ ਵਿੱਚ ਜਿਹੜੀ ਅਜੇ ਤੱਕ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕੋਈ ਗੱਲ ਇਹੋ ਜਿਹੀ ਨਹੀਂ ਮਿਲੀ। ਉਹਦੇ ਵਿੱਚ ਇਹ ਲਿਖਦੇ ਆ ਆਰਐਸਐਸ ਵਾਲੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਮੁਸਲਮਾਨਾਂ ਨੇ 1947 ਦੀ ਵੰਡ ਵੇਲੇ ਹਮਲਾ ਕਰਤਾ ਜੋ ਆਰਐਸਐਸ ਨੇ ਬਚਾਇਆ। ਮੈਂ ਕੁਛ ਨਹੀਂ ਕਹਿਣਾ ਗਾ, ਬੜੀ ਹਾਸੋਹੀਣੀ ਗੱਲ ਲੱਗਦੀ ਆ, ਤੁਸੀਂ ਆਪ ਵੀ ਸੁਣ ਕੇ ਹੱਸੋਗੇ ਕਿ ਤੁਸੀਂ ਦੱਸੋ ਕਿ ਇੱਥੇ ਉਸ ਸਮੇਂ ਕਿਹਾ ਜਾਂਦਾ ਸੀ ਵੀ ਜਿਹੜੀ ਕੌਮ ਨੂੰ ਦਸ਼ਮੇਸ਼ ਪਿਤਾ ਨੇ ਸ਼ਸਤਰਧਾਰੀ ਕੀਤਾ ਹੋਵੇ ਕਿ ਉਸ ਕੌਮ ਦੇ ਵਿੱਚੋਂ ਕੋਈ ਵੀ ਸਿੱਖ ਉੱਥੇ ਨਹੀਂ ਸੀ, ਕਿ ਉੱਥੇ ਕੋਈ ਮੌਜੂਦ ਨਹੀਂ ਸੀ, ਕਿ ਉਹ ਸ਼ਸਤਰ ਕਿਸੇ ਕੰਮ ਦੇ ਨਹੀਂ ਸੀ। ਜਦੋਂ ਕਿ ਖਾਲਸਾ ਤਾਂ ਉਸ ਵੇਲੇ ਹਥਿਆਰ ਰੱਖਦਾ, ਤਾਂ ਫਿਰ ਕੀ ਇਸ ਖਾਲਸੇ ਨੂੰ ਨਿੱਕਰਧਾਰੀਆਂ ਦੀ ਲੋੜ ਸੀ ਉਸ ਜਗ੍ਹਾ ਦੇ ਉੱਤੇ ਕਿ ਜਿਹੜੇ ਸਿਰਫ ਡਾਂਗਾਂ ਦੇ ਨਾਲ ਹੀ ਧਾੜਵੀਆਂ ਨੂੰ, ਜਿਹੜੇ ਸੀਗੇ ਮੁਸਲਮਾਨ ਧਾੜਵੀ ਸੀ, ਦੰਗਈ ਸੀਗੇ ਸਨ 47 ਵੇਲੇ, ਤੇ ਉਹਨਾਂ ਨੇ ਭਜਾਇਆ ਤੇ ਇਸ ਤਰੀਕੇ ਨਾਲ ਦਰਬਾਰ ਸਾਹਿਬ ਨੂੰ ਉਹਨਾਂ ਨੇ ਬਚਾਇਆ। ਬੜੀ ਹੈਰਾਨੀ ਦੀ ਗੱਲ ਆ। ਇਹਦਾ ਕਿਤੇ ਵੀ ਕਿਸੇ ਵੀ ਜਗ੍ਹਾ ਅੰਮ੍ਰਿਤਸਰ ਦੀ ਕਿਸੇ ਥਾਣੇ ਦੇ ਵਿੱਚ ਵੀ ਕਿਤੇ ਜ਼ਿਕਰ ਨਹੀਂ, ਉਸ ਸਮੇਂ ਦੀ ਕਿਸੇ ਅਖਬਾਰ ਦੇ ਵਿੱਚ ਜ਼ਿਕਰ ਨਹੀਂ, ਜਿਹੜਾ ਇਹ ਵੱਡਾ ਦਾਅਵਾ ਪਤਾ ਨਹੀਂ ਕਿੱਥੋਂ ਚੱਕ ਲਿਆ। ਇਸ ਕਰਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀਆਂ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਲਗਾਤਾਰ ਹੁੰਦੀਆਂ ਰਹੀਆਂ, ਸਾਹਮਣੇ ਆਉਂਦੀ ਰਹੀਆਂ। ਮੇਰੇ ਕਹਿਣ ਨਾਲ ਨਹੀਂ ਗਾ, ਦਲੀਲਾਂ ਤਾਂ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਕਿਤਾਬਾਂ 'ਚ ਹੀ ਪਈਆਂ ਆ ਜੋ ਹਾਸੋਹੀਣੀਆਂ ਲੱਗਦੀਆਂ ਆ। ਤਾਂ NCERT ਦੀ 12ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਸੁਤੰਤਰ ਭਾਰਤ ਵਿੱਚ ਸਿਆਸਤ ਭਾਗ 2 ਵਿੱਚ 2002 ਦੇ ਗੁਜਰਾਤ ਦੰਗਿਆਂ, ਇਹ ਜਿਹੜੀ ਤਬਦੀਲੀ ਹੈ ਇਹਨਾਂ ਦਿਨਾਂ ਦੇ ਵਿੱਚ NCERT ਦੀਆਂ ਕਿਤਾਬਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਗੱਲ ਕਰੂੰਗਾ ਕਿ 2 ਚੈਪਟਰ ਸੀਗਾ। ਇੱਕ ਇਹ ਸੀਗਾ ਕਿ ਮਹਾਤਮਾ ਗਾਂਧੀ ਦੇ ਬਾਰੇ ਸੀ ਚੈਪਟਰ, ਤੇ ਇੱਕ RSS ਦੇ ਬਾਰੇ ਸੀ। ਉਹ ਹੁਣ ਕੱਢ ਦਿੱਤੇ ਗਏ ਆ ਤਾਂ ਕਿ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪਤਾ ਨਾ ਲੱਗਣ, ਕਿਉਂਕਿ ਕਾਫੀ ਮੁੱਦੇ ਸੀਗੇ। ਤਾਂ ਇੱਥੇ ਮੈਂ ਦੱਸ ਦੇਣਾ ਚਾਹੂੰਗਾ ਕਿ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ NCERT ਦੇ ਨਵੇਂ ਅਕਾਦਮਿਕ ਸੈਸ਼ਨ ਲਈ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਵਿਸ਼ੇ ਦੀ ਜਿਹੜੀ ਕਿਤਾਬ ਹੈ ਉਸ ਵਿੱਚੋਂ ਮਹਾਤਮਾ ਗਾਂਧੀ ਦੀ ਹੱਤਿਆ ਦੇ ਦੋਸ਼ 'ਚ ਫਿਰਕੂ ਹਾਲਾਤ ਉੱਤੇ ਅਸਰ, ਇੱਕ ਗਾਂਧੀ ਦੀ ਹਿੰਦੂ ਮੁਸਲਿਮ ਏਕਤਾ ਦੀ ਧਾਰਨਾ ਤੇ ਹਿੰਦੂ ਕੱਟੜਪੰਥੀਆਂ ਨੂੰ ਭੜਕਾਇਆ ਅਤੇ RSS ਜਿਹੀਆਂ ਜਥੇਬੰਦੀਆਂ ਉੱਤੇ ਕੁਝ ਸਮੇਂ ਲਈ ਲੱਗੀ ਪਾਬੰਦੀ ਸਮੇਤ ਕਈ ਹਿੱਸੇ ਹਟਾ ਲਏ ਗਏ ਆ। ਹੁਣ RSS ਤੇ ਭਾਜਪਾ ਤੇ ਇੱਕੋ ਕੁਛ ਆ, ਤੁਸੀਂ ਸਾਰੇ ਜਾਣਦੇ ਹੋ। RSS ਹੀ ਭਾਜਪਾ ਨੂੰ ਚਲਾਉਂਦੀ ਪਈ ਆ, ਇਹ ਵੀ ਤੁਸੀਂ ਸਾਰੇ ਜਾਣਦੇ ਹੋ। ਔਰ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਇੱਕ ਲੰਬਾ ਸਮਾਂ ਉਡੀਕ ਕਰਕੇ ਜਿੱਥੋਂ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਉਹਨਾਂ ਦੀਆਂ ਇੰਨੀਆਂ ਹੀ ਸੰਸਥਾਵਾਂ ਖੜੀਆਂ ਕਿ ਤੁਸੀਂ ਨਾਂ ਲਾਓ ਤਾਂ ਮੁੱਕਣ 'ਚ ਨਹੀਂ ਆਉਣੀਆਂ ਗਿਆ, ਜਿਹੜਾ ਕਿ ਉਹਨਾਂ ਦਾ ਅਮਲਾ ਫੈਲਾ ਹੋ ਚੁੱਕਿਆ। ਹੁਣ ਉਹ ਕੇਂਦਰ ਵਿੱਚ ਆ, ਹੁਣ ਉਹ ਸੱਤਾ ਵਿੱਚ ਆ, ਹੁਣ ਉਹ ਤਾਕਤ ਵਿੱਚ, ਹੁਣ ਜੋ ਮਰਜ਼ੀ ਉਹ ਕਰਾਉਣ, ਇਹ 'ਚ ਕੋਈ ਸ਼ੱਕ ਨਹੀਂ। ਔਰ ਜੇ ਉਹਨਾਂ ਦੇ ਪਿਛੋਕੜ ਦੇ ਉੱਤੇ ਕਦੀ ਕੋਈ ਉਂਗਲ ਚੱਕੀ ਗਈ ਆ ਜਾਂ ਇਤਿਹਾਸ ਦੇ ਵਿੱਚ ਕੋਈ ਸੱਚ ਸੀਗਾ, ਤੇ ਜੇ ਇਹ ਕਿਤਾਬਾਂ ਉਹਨਾਂ ਨੂੰ ਇਹ ਸੀਸਾ ਵਿਖਾਉਂਦੀਆਂ ਤੇ ਹੁਣ ਉਹਨਾਂ ਨੂੰ ਇਹ ਪ੍ਰਵਾਨ ਨਹੀਂ ਹੁੰਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਨਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ, ਤੇ ਨਥੂਰਾਮ ਗੌਡਸਾ ਤਾਂ RSS ਦਾ ਕਾਰਕੁਨ ਸੀਗਾ। ਤਾਂ ਇਹ ਹੁਣ ਬਰਦਾਸ਼ਤ ਨਹੀਂ ਕਰ ਰਹੇ ਕਿ ਨਥੂਰਾਮ ਗੌਡਸੇ ਨੂੰ RSS ਦਾ ਸੰਬੋਧਨ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ। ਤਾਂ ਕਰਕੇ ਇਹ ਚੈਪਟਰ ਜਿਹੜਾ ਤਾਂ NCERT ਦੀ 12ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਸੁਤੰਤਰ ਭਾਰਤ ਵਿੱਚ ਸਿਆਸਤ ਭਾਗ 2 ਵਿੱਚ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਨਹੀਂ ਹੈ, ਪਰ 1984 ਦੇ ਸਿੱਖ ਦੰਗਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਆ। ਕਿਤਾਬ ਵਿੱਚ ਪੰਜਾਬ ਦੇ ਸੰਦਰਭ ਦੇ ਵਿੱਚ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦੇਸ਼ ਦੇ ਕਈ ਹਿੱਸਿਆਂ 'ਚ ਸਿੱਖਾਂ ਵਿਰੁੱਧ ਭੜਕੀ ਹਿੰਸਾ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਕਿ ਸਰਕਾਰ ਨੇ ਹਾਲਾਤ ਸ਼ਾਂਤਮਈ ਬਣਾਉਣ ਲਈ ਬਹੁਤ ਦੇਰ ਮਗਰੋਂ ਕਦਮ ਚੁੱਕੇ ਨੇ। ਇਸ ਦੇ ਨਾਲ ਹੀ ਹਿੰਸਾ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਵੀ ਨਹੀਂ ਦਿੱਤੀ ਗਈ। ਕਿਤਾਬ ਮੁਤਾਬਕ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਲ 2005 ਦੇ ਵਿੱਚ ਸੰਸਦ 'ਚ ਆਪਣੇ ਭਾਸ਼ਣ ਦੌਰਾਨ ਇਹ ਸਿੱਖ ਕਤਲੇਆਮ ਤੇ ਅਫਸੋਸ ਜਤਾਇਆ ਸੀ ਅਤੇ ਸਿੱਖ ਵਿਰੋਧੀ ਹਿੰਸਾ ਲਈ ਦੇਸ਼ ਤੋਂ ਮੁਆਫੀ ਮੰਗੀ ਸੀ। ਇਸ ਕਿਤਾਬ 'ਚ ਪਾਠਕਾਂ ਦੇ ਨਾਮ ਤੇ ਇੱਕ ਪੱਤਰ 'ਚ ਮੁੱਖ ਸਲਾਹਕਾਰ ਸੁਹਾਸ ਪਲਸੀਕਰ ਅਤੇ ਯੋਗਿੰਦਰ ਯਾਦਵ ਦੇ ਸਲਾਹਕਾਰ ਉਜਵਲ ਕੁਮਾਰ ਸਿੰਘ ਨੇ ਕਿਹਾ ਆ ਕਿ ਇਸ ਕਿਤਾਬ ਦੀ ਪਾਠ ਸਮੱਗਰੀ ਦੇ ਮਹੱਤਵ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਆ
ਕਿ ਖਰੜੇ ਨੂੰ ਸਿਆਸੀ ਮਾਹਰਾਂ ਤੇ ਇਤਿਹਾਸਕਾਰਾਂ ਦੀ ਇੱਕ ਟੀਮ ਕਈ ਵਾਰ ਜਾਂਚ ਕਰੇਗੀ। ਅਸੀਂ ਤਿੰਨ ਪਾਠਕਾਂ ਡਾਕਟਰ ਰਾਮਚੰਦਰ ਗੁਹਾ, ਪ੍ਰੋਫੈਸਰ ਸੁਨੀਲ ਖਿਲਨਾਨੀ ਅਤੇ ਡਾਕਟਰ ਮਹੇਸ਼ ਗੰਗਰਾਜਨ ਨੂੰ ਇਸ ਕਿਤਾਬ ਪੜ੍ਹਨ ਦੀ ਬੇਨਤੀ ਕੀਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਸ਼ੇ ਵਸਤੂ ਦੇ ਨਾਲ ਪੂਰੀ ਤਰ੍ਹਾਂ ਨਿਰਪੇਖਤਾ ਵਰਤੀ ਗਈ ਹੈ। NCERT ਦੇ ਮੁਖੀ ਨੇ ਕਿਹਾ ਆ ਕਿ ਪਾਠਕ੍ਰਮ ਨੂੰ ਤਰਕਸੰਗਤ ਬਣਾਉਣ ਲਈ ਪਿਛਲੇ ਵਾਰੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਸਾਲ ਜੋ ਕੁਝ ਹੋਇਆ ਉਹ ਨਵਾਂ ਨਹੀਂ ਹੈ। ਸਿੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਹੈ ਕਿ ਕੌਮੀ ਸਿੱਖਿਆ ਨੀਤੀ ਤਹਿਤ ਨਵੇਂ ਪਾਠਕ੍ਰਮ ਦੇ ਢਾਂਚੇ ਉੱਤੇ ਅਜੇ ਵੀ ਕੰਮ ਚੱਲ ਰਿਹਾ ਆ। ਇਹ ਅਕਾਦਮਿਕ ਸੈਸ਼ਨ 2024 ਤੋਂ ਪੇਸ਼ ਕੀਤੀ ਜਾਵੇਗੀ। ਹੁਣ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਘੇਰੀ ਹੈ। ਕਾਂਗਰਸ ਦੇ NCERT ਦੀਆਂ ਕਿਤਾਬਾਂ ਬਾਰੇ ਜੋ ਬਿਆਨ ਸਾਹਮਣੇ ਆਏ ਨੇ ਉਸ ਮੁਤਾਬਕ ਕਿ ਕਿਤਾਬ 'ਚੋਂ ਕੁਝ ਅਹਿਮ ਅੰਸ਼ ਹਟਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਕਰਨ ਵਾਲੇ ਖੁਦ ਇਤਿਹਾਸ ਦੇ ਕੂੜੇਦਾਨ ਵਿੱਚ ਪਹੁੰਚ ਜਾਂਦੇ ਨੇ। ਪਾਰਟੀ ਪ੍ਰਧਾਨ ਮੱਲਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਅਤੇ RSS ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਇਤਿਹਾਸ ਬਦਲਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਤੁਸੀਂ ਕਿਤਾਬਾਂ 'ਚ ਕੁਝ ਤੱਥਾਂ ਨੂੰ ਬਦਲ ਸਕਦੇ ਹੋ ਪਰ ਇਤਿਹਾਸ ਨਹੀਂ ਬਦਲ ਸਕਦੇ। ਭਾਜਪਾ ਅਤੇ ਸੰਘ ਦੇ ਲੋਕ ਜਿੰਨੇ ਮਰਜ਼ੀ ਕੋਸ਼ਿਸ਼ ਕਰੀ ਜਾਣ ਪਰ ਇਤਿਹਾਸ ਮਿਟਣ ਵਾਲਾ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ਰਿਪੋਰਟ ਨੱਥੀ ਕਰਦਿਆਂ ਟਵੀਟ ਕੀਤਾ ਹੈ ਕਿ ਬਦਲੇ ਦੀ ਭਾਵਨਾ ਨਾਲ ਇਤਿਹਾਸ ਬਦਲਿਆ ਜਾ ਰਿਹਾ ਹੈ। ਇਸ ਤੋਂ ਹੁਕਮਰਾਨਾਂ ਦੀ ਅਸਲੀ ਮਾਨਸਿਕਤਾ ਪਤਾ ਲੱਗਦੀ ਹੈ। ਸੰਘ ਨੇ ਨਾ ਸਿਰਫ ਗਾਂਧੀ ਉੱਤੇ ਹਮਲਾ ਕੀਤਾ ਸੀ ਸਗੋਂ ਉਹਨਾਂ ਡਾਕਟਰ ਅੰਬੇਦਕਰ ਦਾ ਵੀ ਤਿੱਖਾ ਵਿਰੋਧ ਕੀਤਾ ਸੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਤੇ ਸੰਘ ਨੇ ਹਮੇਸ਼ਾ ਇਤਿਹਾਸ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖੋ ਤੁਹਾਡੇ ਸਾਹਮਣੇ ਪਰਤਾਂ ਉੱਧੜ ਕੇ ਆ ਰਹੀਆਂ ਨੇ ਵੀ ਕੀ RSS ਕਰ ਕੀ ਰਹੀ ਇਸ ਮੁਲਕ ਦੇ ਵਿੱਚ। 1998-99 'ਚ ਪਹਿਲੀ ਅਤੇ ਦੂਜੀ NDA ਸਰਕਾਰਾਂ ਨੇ ਇਹ ਖਾਸ ਕੋਸ਼ਿਸ਼ ਕੀਤੀ। ਤੁਸੀਂ ਇਤਿਹਾਸ ਨੂੰ ਤੋੜ ਮਰੋੜ ਸਕਦੇ ਹੋ ਪਰ ਇਸ ਨੂੰ ਮਿਟਾ ਨਹੀਂ ਸਕਦੇ। ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਇਤਿਹਾਸ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਹ ਖੁਦ ਇਤਿਹਾਸ ਦੇ ਕੂੜੇਦਾਨ ਵਿੱਚ ਡਿੱਗ ਜਾਂਦੇ ਨੇ। ਕਾਂਗਰਸ ਤਰਜਮਾਨ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਸਭ ਤੋਂ ਵੱਧ ਭੂਮਿਕਾ ਇਹ ਸੀ ਕਿ ਉਹਨਾਂ ਨੇ ਹਿੰਦੂ ਮੁਸਲਮਾਨ ਏਕਤਾ ਦੇ ਲਈ ਸੰਘਰਸ਼ ਕੀਤਾ। ਸਰਦਾਰ ਪਟੇਲ ਨੇ ਸੰਘ ਦੇ ਉੱਤੇ ਉਸ ਵੇਲੇ ਪਾਬੰਦੀ ਲਗਾਈ ਸੀ, ਯਾਨੀ ਕਿ RSS ਦੇ ਉੱਤੇ ਪਾਬੰਦੀ ਲਗਾਈ ਸੀ ਤੇ ਕੇਂਦਰੀ ਮੰਤਰੀ ਸ਼ੋਭਾ ਕਦੰਜਲੇ ਨੇ ਫੈਸਲੇ ਦਾ ਪੱਖ ਪੂਰਦਿਆਂ ਕਿਹਾ ਸੀ ਕਿ ਕਾਂਗਰਸ ਦੇਸ਼ 'ਚ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਭਾਜਪਾ ਬੀਤੇ ਦੀਆਂ ਗਲਤੀਆਂ ਨੂੰ ਸੁਧਾਰ ਰਹੀ ਹੈ। ਹੁਣ ਇੱਥੇ ਕਪਿਲ ਸਿੱਬਲ ਹੋਣਾ ਦਾ ਵੀ ਬਿਆਨ ਸਾਹਮਣੇ ਆਇਆ। NCERT ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ 'ਚੋਂ ਕੁਝ ਖਾਸ ਹਵਾਲੇ ਹਟਾਏ ਜਾਣ ਲਈ ਕੇਂਦਰ ਸਰਕਾਰ ਦੇ ਉੱਤੇ ਵਰਦਿਆਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਮੁਤਾਬਕ ਆਧੁਨਿਕ ਭਾਰਤੀ ਇਤਿਹਾਸ 2014 ਤੋਂ ਸ਼ੁਰੂ ਹੋਣਾ ਚਾਹੀਦਾ ਆ ਜਦੋਂ ਦੀ ਭਾਜਪਾ ਸੱਤਾ ਦੇ ਵਿੱਚ ਆਈ ਆ। ਹੈਰਾਨੀ ਦੀ ਗੱਲ ਹੈ, ਇੱਦਾਂ ਦਾ ਮੁੱਦਾ ਉਹਨਾਂ ਨੇ ਚੁੱਕਿਆ ਆ। ਸਿੱਬਲ ਨੇ ਟਵੀਟ ਕੀਤਾ ਹੈ ਕਿ NCERT ਪਾਠ ਪੁਸਤਕਾਂ ਹਟਾਏ ਗਏ ਵਿਸ਼ੇ ਹਿੰਦੂ ਮੁਸਲਿਮ ਏਕਤਾ ਲਈ ਗਾਂਧੀ ਦੀਆਂ ਕੋਸ਼ਿਸ਼ਾਂ ਤੇ RSS ਉੱਤੇ ਪਾਬੰਦੀ 2, ਗੁਜਰਾਤ ਦੰਗਿਆਂ ਨਾਲ ਜੁੜੇ ਸਾਰੇ ਸੰਦਰਭ ਤੇ ਸਮਕਾਲੀ ਭਾਰਤ ਵਿੱਚ ਸਮਾਜਿਕ ਅੰਦੋਲਨ 'ਚ ਤਬਦੀਲ ਹੋਣ ਵਾਲੇ ਪ੍ਰਦਰਸ਼ਨ ਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਮੋਦੀ ਜੀ ਨੇ ਭਾਰਤ ਮੁਤਾਬਕ ਆਧੁਨਿਕ ਭਾਰਤੀ ਇਤਿਹਾਸ ਜੋ ਆ 2014 ਤੋਂ ਸ਼ੁਰੂ ਕਰਨ ਬਾਰੇ ਸੋਚਿਆ ਹੋਇਆ। 2014 ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਭਾਜਪਾ 2014 'ਚ ਸੱਤਾ 'ਚ ਆਈ ਸੀ, ਇਸ ਕਰਕੇ ਇੱਦਾਂ ਹੋਇਆ। ਉਹ 'ਤੇ ਇਹਦੇ ਵਿੱਚ ਦੋਸਤੋ ਕੋਈ ਸ਼ੱਕ ਨਹੀਂ। ਜਦੋਂ ਅਸੀਂ ਮੀਡੀਆ, ਸੋਸ਼ਲ ਮੀਡੀਆ, ਅਖਬਾਰਾਂ ਦੇ ਵਿੱਚ ਬਹੁਤ ਕੁਝ ਪੜ੍ਹਦੇ ਸੀਗੇ, ਜਿਹੜੀ ਨਾ ਤਾਂ ਕਾਂਗਰਸ ਰਾਜਕਾਲ ਸਮੇਂ ਹੋਈ ਹੈ, ਨਾ ਉਸ ਤੋਂ ਪਿਛਲੇ ਅੰਗਰੇਜ਼ਾਂ ਦੇ ਕਾਲ ਸਮੇਂ ਹੋਈ ਆ, ਨਾ ਪੰਜਾਬ ਦੇ ਵਿੱਚ ਸਿੱਖਾਂ ਦੇ ਰਾਜ ਵੇਲੇ ਦੇ ਹੋਈ ਆ, ਨਾ ਪੂਰੇ ਹਿੰਦੁਸਤਾਨ ਵਿੱਚ ਮੁਗਲਾਂ ਦੇ ਰਾਜਕਾਲ ਵੇਲੇ ਹੋਈ ਆ। ਇੰਨੇ ਸਾਲਾਂ ਦੇ ਵਿੱਚ ਇੱਕ ਗੱਲ ਕਹਿਣੀ ਬਣਦੀ ਹੈ ਕਿ ਠੀਕ ਹੈ ਇਸ ਮੁਲਕ ਦੇ ਵਿੱਚ ਆਰੀਆ ਆ, ਸਨਾਤਨੀ ਹੈ, ਮੁਸਲਮਾਨ ਹੈ, ਫਿਰ ਜੈਨ ਹੈ, ਫਿਰ ਬੋਧੀ ਹੈ, ਫਿਰ ਸਿੱਖ ਹੈ, ਮੁਸਲਮਾਨ ਹੈ
ਤੇ ਕਈ ਕੌਮਾਂ ਆ ਜਿਹੜੀਆਂ ਆ ਭਾਈਚਾਰਿਆਂ ਦੇ ਵਿੱਚ ਆ, ਇਹ ਸਾਰੇ ਉਦੋਂ ਦੇ ਬੈਠੇ ਆ ਤਾਂ ਕੀ ਇੰਨੇ ਵਰਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਸਿਰਫ ਤੇ ਸਿਰਫ ਪਿਛਲੇ 20-30 ਸਾਲਾਂ ਵਿੱਚ ਇਹੋ ਜਿਹੀਆਂ ਚੀਜ਼ਾਂ ਲੱਭ ਲਈਆਂ ਕਿ ਪਿਛਲੀਆਂ ਜਿਹੜੀਆਂ ਇੰਨੀਆਂ ਸਦੀਆਂ ਦੇ ਲੋਕ ਇਤਿਹਾਸਕਾਰ ਜਾਂ ਖੋਜੀ ਸੀ ਉਹ ਨਲਾਇਕ ਸੀਗੇ ਜਾਂ ਮੂਰਖ ਸੀਗੇ ਜਾਂ ਉਹ ਔਜੜ ਸੀਗੇ ਜਾਂ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਸੀਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ। ਤੇ ਹੁਣ ਵਾਲਿਆਂ ਕੋਲੇ ਕਿਹੜੀ ਇਹੋ ਜਿਹੀ ਦੂਰਬੀਨ ਆ ਗਈ ਆ, ਖੁਰਦਬੀਨ ਆ ਗਈ ਆ, ਜਿਹੜੇ ਧਰਤੀ ਦੇ ਵਿੱਚੋਂ ਕਈ ਚੀਜ਼ਾਂ ਇਹੋ ਜਿਹੀਆਂ ਕਈ ਇਲਾਕਿਆਂ 'ਚੋਂ ਇਹੋ ਜਿਹਾ ਕੁਛ ਕੱਢ ਲਿਆਏ ਆ ਜਿਹੜਾ ਹੁਣ ਇੰਨਾ ਹਾਸੋਹੀਣਾ ਲੱਗਦਾ। ਤੇ ਇਹਦੇ ਵਿੱਚ ਕੌਮੀ ਮੀਡੀਆ ਦੇ ਜਿਹੜੇ ਚੈਨਲਾਂ ਦੀ ਪਿਛਲੇ 20 ਸਾਲਾਂ ਦੀ ਭੂਮਿਕਾ ਜਿਹੜੀ ਆ ਉਹ ਬੜੇ ਸ਼ੰਕੇ ਖੜੇ ਕਰਦੀ ਆ ਕਿ ਇਹੋ ਜਿਹੀਆਂ ਚੀਜ਼ਾਂ ਕੱਢ ਲਿਆਏ ਆ, ਪਰ ਅੰਨੀ ਸ਼ਰਧਾ ਵਾਲੇ ਲੋਕ ਉਹਨਾਂ 'ਤੇ ਵਿਸ਼ਵਾਸ ਕਰਕੇ ਬੈਠ ਗਏ। ਇਸ ਕਰਕੇ ਇੰਜ ਵੀ ਲੱਗਦਾ ਕਿ ਬਹੁਤ ਸਾਰਾ ਜਿਹੜਾ ਇਤਿਹਾਸ ਆ ਉਹ ਇਸ ਤਰੀਕੇ ਛੇੜਖਾਨੀਆਂ ਕਰਕੇ ਬਣਾਇਆ ਜਾ ਰਿਹਾ ਆ, ਨਵਾਂ ਲਿਖਿਆ ਜਾ ਰਿਹਾ ਆ। ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵੀ ਇਸ ਤਰ੍ਹਾਂ ਦਾ ਰੰਗ ਬਰੰਗਾ ਇਤਿਹਾਸ, ਨਵਾਂ ਘੜਿਆ ਇਤਿਹਾਸ ਵੇਖਣ ਸੁਣਨ ਨੂੰ ਪੜ੍ਹਨ ਨੂੰ ਮਿਲੂਗਾ। ਪਰ ਕਿਹਾ ਜਾਂਦਾ ਹੈ ਕਿ ਸੱਚ ਜਿਹੜਾ ਆ ਸੱਚ ਹੀ ਹੁੰਦਾ ਹੈ, ਸੱਚ ਨੂੰ ਜਿੰਨਾ ਮਰਜ਼ੀ ਲੁਕੋ ਲਓ, ਸੱਚ ਹਮੇਸ਼ਾ ਅਟੱਲ ਹੈ ਤੇ ਅਟੱਲ ਰਹੇਗਾ। ਦੋਸਤੋ ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਦੀਪ ਦੇ ਨਾਲ ਕਮਲਜੀਤ ਸਿੱਧੂ ਦਾ ਪੰਜਾਬ ਟਾਕਸ ਚੈਨਲ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬੋਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬੋਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬੋਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ
ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼, ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜਾਏਗੀ। Hi, my name is Lindsay. I've been coming to RJ Hair Salon since they opened up 4 years ago and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੀਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ।